ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਇੰਡੀਅਨ ਪੋਲਿਟੀ ਬਾਏ ਲਕਸ਼ਮੀ ਕਾਂਤ ਬੁੱਕ ਨੂੰ ਪੰਜਾਬੀ ਵਿੱਚ ਪੜ੍ਹਾਂਗੇ ਅਤੇ ਅੱਜ ਦੀ ਵੀਡੀਓ ਵਿੱਚ ਇਸ ਦੇ ਪਹਿਲੇ ਚੈਪਟਰ ਹਿਸਟੋਰੀਕਲ ਬੈਕਗਰਾਊਂਡ ਵਿੱਚ 1773 ਦੇ ਐਕਟ ਨੂੰ ਪੜ੍ਹਾਂਗੇ। ਭਾਰਤੀ ਸੰਵਿਧਾਨ ਨੂੰ ਬਣਨ ਵਿੱਚ 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਲੱਗਿਆ ਅਤੇ ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਲਿਖਤ ਸੰਵਿਧਾਨ ਹੈ। ਭਾਰਤ ਦੇ ਸੰਵਿਧਾਨ ਦੇ ਬਣਨ ਵਿੱਚ ਸਭ ਤੋਂ ਵੱਧ ਪ੍ਰਭਾਵ ਬ੍ਰਿਟਿਸ਼ ਸ਼ਾਸਨ ਕਾਲ ਦੌਰਾਨ ਆਏ ਐਕਟਾਂ ਦਾ ਸੀ। ਇਹਨਾਂ ਸਾਰੇ ਐਕਟਾਂ ਨੂੰ ਆਪਾਂ ਇੱਕ ਇੱਕ ਕਰਕੇ ਡਿਟੇਲ ਵਿੱਚ ਪੜ੍ਹਾਂਗੇ। ਸਭ ਤੋਂ ਪਹਿਲਾਂ ਦੇਖਦੇ ਹਾਂ ਈਸਟ ਇੰਡੀਆ ਕੰਪਨੀ। ਈਸਟ ਇੰਡੀਆ ਕੰਪਨੀ ਦੀ ਸਥਾਪਨਾ 1600 ਈਸਵੀ ਵਿੱਚ ਕੀਤੀ ਗਈ ਸੀ, ਜਿਸ ਨੂੰ ਮਹਾਰਾਣੀ ਐਲਿਜ਼ਾਬੈਥ ਇੱਕ ਦੁਆਰਾ ਦਿੱਤੇ ਗਏ ਇੱਕ ਚਾਰਟਰ ਦੇ ਤਹਿਤ ਭਾਰਤ ਵਿੱਚ ਵਪਾਰ ਕਰਨ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਸੀ। ਅੰਗਰੇਜ਼ ਆਏ ਤਾਂ ਵਪਾਰ ਕਰਨ ਸੀ, ਪਰ ਹੌਲੀ ਹੌਲੀ ਇਹਨਾਂ ਦੁਆਰਾ ਭਾਰਤ ਦੀ ਸ਼ਾਸਨ ਵਿਵਸਥਾ ਨੂੰ ਆਪਣੇ ਕੰਟਰੋਲ ਵਿੱਚ ਕਰ ਲਿਆ ਗਿਆ। ਈਸਟ ਇੰਡੀਆ ਕੰਪਨੀ ਦੁਆਰਾ 1773 ਤੋਂ 1857 ਤੱਕ ਭਾਰਤ ਦੀ ਸ਼ਾਸਨ ਵਿਵਸਥਾ ਨੂੰ ਕੰਟਰੋਲ ਕੀਤਾ ਗਿਆ ਅਤੇ ਇਸ ਤੋਂ ਬਾਅਦ 1858 ਵਿੱਚ ਸੈਨਿਕ ਵਿਦਰੋਹ ਹੋਣ ਦੇ ਕਾਰਨ 1858 ਤੋਂ 1947 ਤੱਕ ਭਾਰਤ ਦੀ ਸ਼ਾਸਨ ਵਿਵਸਥਾ ਦੀ ਵਾਂਗਡੋਰ ਬ੍ਰਿਟਿਸ਼ ਸੰਸਦ ਦੁਆਰਾ ਸੰਭਾਲੀ ਗਈ। ਹੁਣ ਦੇਖਦੇ ਹਾਂ ਆਪਾਂ ਸਭ ਤੋਂ ਪਹਿਲਾਂ ਬ੍ਰਿਟਿਸ਼ ਸੰਸਦ ਦੁਆਰਾ ਲਿਆਂਦਾ ਗਿਆ ਰੈਗੂਲੇਟਿੰਗ ਐਕਟ। ਕੰਪਨੀ ਨੂੰ ਕੰਟਰੋਲ ਕਰਨ ਲਈ ਬ੍ਰਿਟਿਸ਼ ਸੰਸਦ ਦੁਆਰਾ ਸਭ ਤੋਂ ਪਹਿਲਾਂ 1773 ਦਾ ਰੈਗੂਲੇਟਿੰਗ ਐਕਟ ਲਿਆਂਦਾ ਗਿਆ। ਇਸ ਐਕਟ ਨੂੰ ਲਿਆਉਣ ਦਾ ਮੁੱਖ ਕਾਰਨ ਸੀ ਕੰਪਨੀ ਦਾ ਘਾਟੇ ਵਿੱਚ ਜਾਣਾ। ਕੰਪਨੀ ਦੁਆਰਾ ਬ੍ਰਿਟੇਨ ਵਿੱਚ ਜਾ ਕੇ ਲੋਨ ਦੀ ਮੰਗ ਕੀਤੀ ਗਈ। ਕੰਪਨੀ ਦੀ ਵਿਵਸਥਾ ਨੂੰ ਸੁਧਾਰਨ ਲਈ ਇਹ ਐਕਟ ਬ੍ਰਿਟੇਨ ਦੀ ਸੰਸਦ ਦੁਆਰਾ ਲੈ ਕੇ ਆਂਦਾ ਗਿਆ। ਇਹ ਐਕਟ ਬਹੁਤ ਸੰਵਿਧਾਨਿਕ ਮਹੱਤਵ ਵਾਲਾ ਸੀ। ਇਹ ਬ੍ਰਿਟਿਸ਼ ਸਰਕਾਰ ਦੁਆਰਾ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਮਾਮਲਿਆਂ ਨੂੰ ਨਿਯੰਤਰਣ ਕਰਨ ਲਈ ਚੁੱਕਿਆ ਗਿਆ ਪਹਿਲਾ ਕਦਮ ਸੀ। ਪਹਿਲੀ ਵਾਰ ਈਸਟ ਇੰਡੀਆ ਨੂੰ ਬ੍ਰਿਟੇਨ ਸੰਸਦ ਦੁਆਰਾ ਕੰਟਰੋਲ ਕੀਤਾ ਗਿਆ ਇਸ ਐਕਟ ਦੁਆਰਾ। ਇਸ ਨੇ ਪਹਿਲੀ ਵਾਰ ਕੰਪਨੀ ਦੇ ਰਾਜਨੀਤਿਕ ਅਤੇ ਪ੍ਰਬੰਧਕ ਕਾਰਜਾਂ ਨੂੰ ਮਾਨਤਾ ਦਿੱਤੀ। ਇਸ ਨੇ ਭਾਰਤ ਵਿੱਚ ਕੇਂਦਰੀ ਪ੍ਰਸ਼ਾਸਨ ਦੀ ਨੀਂਹ ਰੱਖੀ। ਇਸ ਐਕਟ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਸਨ। ਇਸ ਐਕਟ ਦੇ ਪਾਸ ਹੋਣ ਨਾਲ ਕੀ ਚੇਂਜ ਆਏ। ਨੰਬਰ 1, ਇਸ ਨੇ ਬੰਗਾਲ ਦੇ ਗਵਰਨਰ ਨੂੰ ਬੰਗਾਲ ਦਾ ਗਵਰਨਰ ਜਨਰਲ ਨਿਯੁਕਤ ਕੀਤਾ ਅਤੇ ਉਸ ਦੀ ਸਹਾਇਤਾ ਲਈ 4 ਮੈਂਬਰਾਂ ਦੀ ਇੱਕ ਕਾਰਜਕਾਰੀ ਕੌਂਸਲ ਬਣਾਈ ਗਈ ਅਤੇ ਬੰਗਾਲ ਦੇ ਪਹਿਲੇ ਗਵਰਨਰ ਜਨਰਲ ਵਾਰਨ ਹੈਸਟਿੰਗ ਬਣਾਏ ਸਨ। ਨੰਬਰ 2, ਇਸ ਨੇ ਮੁੰਬਈ ਅਤੇ ਮਦਰਾਸ ਪ੍ਰੈਜ਼ੀਡੈਂਸੀ ਦੇ ਗਵਰਨਰ ਨੂੰ ਬੰਗਾਲ ਦੇ ਗਵਰਨਰ ਜਨਰਲ ਦੇ ਅਧੀਨ ਕਰ ਦਿੱਤਾ, ਜੋ ਕਿ ਪਹਿਲਾਂ ਆਪਣੇ ਪ੍ਰੈਜ਼ੀਡੈਂਸੀ ਤੋਂ ਸੁਤੰਤਰ ਸਨ। ਉਹ ਹੁਣ ਬੰਗਾਲ ਦੇ ਗਵਰਨਰ ਜਨਰਲ ਦੇ ਅਧੀਨ ਹੋ ਗਏ। ਨੰਬਰ 3,
ਇਸ ਨਾਲ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ। ਕਲਕੱਤਾ ਵਿੱਚ 1774 ਨੂੰ ਭਾਰਤ ਵਿੱਚ ਪਹਿਲੀ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ। ਇਸ ਵਿੱਚ ਇੱਕ ਚੀਫ ਜਸਟਿਸ ਤੇ 3 ਹੋਰ ਜੱਜ ਸ਼ਾਮਲ ਸਨ। ਪਹਿਲਾ ਚੀਫ ਜਸਟਿਸ ਐਲਜੇ ਐਮਪੀ ਸੀ। ਨੰਬਰ 4, ਇਸ ਨੇ ਕੰਪਨੀ ਦੇ ਮੁਲਾਜ਼ਮਾਂ ਨੂੰ ਕਿਸੇ ਵੀ ਨਿੱਜੀ ਵਪਾਰ ਵਿੱਚ ਸ਼ਾਮਲ ਹੋਣ ਜਾਂ ਮੂਲ ਵਾਸੀਆਂ ਤੋਂ ਤੋਹਫੇ ਜਾਂ ਰਿਸ਼ਵਤ ਲੈਣ ਦੀ ਮਨਾਹੀ ਕੀਤੀ ਗਈ। ਪਹਿਲਾਂ ਕੰਪਨੀ ਦੇ ਮੁਲਾਜ਼ਮ ਆਪਣਾ ਵਪਾਰ ਕਰ ਸਕਦੇ ਸਨ। ਹੁਣ ਇਸ ਐਕਟ ਦੇ ਦੁਆਰਾ ਉਹਨਾਂ 'ਤੇ ਵਪਾਰ ਕਰਨ 'ਤੇ ਮਨਾਹੀ ਲਗਾ ਦਿੱਤੀ ਗਈ। ਹੁਣ ਵਪਾਰ ਇਕੱਲਾ ਕੰਪਨੀ ਦੁਆਰਾ ਹੀ ਕੀਤਾ ਜਾ ਸਕਦਾ ਸੀ। ਨੰਬਰ 5, ਇਸ ਨੇ ਕੋਰਟ ਆਫ ਡਾਇਰੈਕਟਰਜ਼ ਨੂੰ ਭਾਰਤ ਵਿੱਚ ਇਸ ਦੇ ਮਾਲੀਆ, ਸਿਵਲ ਅਤੇ ਫੌਜੀ ਮਾਮਲਿਆਂ ਬਾਰੇ ਰਿਪੋਰਟ ਕਰਨ ਨੂੰ ਕਿਹਾ। ਇਸ ਨਾਲ ਕੰਪਨੀ ਉੱਤੇ ਬ੍ਰਿਟਿਸ਼ ਸਰਕਾਰ ਨੇ ਆਪਣਾ ਨਿਯੰਤਰਣ ਨੂੰ ਮਜ਼ਬੂਤ ਕੀਤਾ। ਕੋਰਟ ਆਫ ਡਾਇਰੈਕਟਰਜ਼ ਭਾਰਤ ਵਿੱਚ ਜੋ ਵੀ ਟੈਕਸ ਇਕੱਠਾ ਹੋਇਆ, ਫੌਜੀ ਮਾਮਲੇ ਜਾਂ ਇਹਨਾਂ ਸਾਰਿਆਂ ਦੀ ਰਿਪੋਰਟ ਬ੍ਰਿਟਿਸ਼ ਸੰਸਦ ਨੂੰ ਦਿਆ ਕਰਨੀ ਸੀ। ਇਸ ਐਕਟ ਦੁਆਰਾ ਬ੍ਰਿਟਿਸ਼ ਸੰਸਦ ਦੁਆਰਾ ਕੰਪਨੀ 'ਤੇ ਪਹਿਲੀ ਵਾਰ ਕੰਟਰੋਲ ਕੀਤਾ ਗਿਆ।